ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਦਾ ਕਮਾਲ ਹੈ। ਇਸ ਵਿਸ਼ੇ ਦੇ ਉੱਤੇ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਵਾਹਿਗੁਰੂ ਦੀ ਖੋਜ ਦੇ ਪ੍ਰਤੀ ਜਿਹੜੀ ਹੈ ਨਾ ਜਗਿਆਸਾ ਸੀ, ਇਹ ਹਰੇਕ ਜੀਵ ਦੇ ਵਿੱਚ ਹੁੰਦੀ ਆ। ਚਾਹੇ ਇਹ ਜੀਵ ਨਰਵਾ, ਚਾਹੇ ਇਹ ਜੀਵ ਜਿਹੜਾ ਹੈਗਾ ਇਹ ਸੁਰਵਾ, ਚਾਹੇ ਅਸੁਰਵਾ, ਭਾਵ ਸਭ ਦੇ ਅੰਦਰ ਖਿੱਚ ਹੈ ਇਸ ਚੀਜ਼ ਦੀ ਜਾਣਨ ਦੀ ਕਿ ਪਰਮੇਸ਼ਰ ਜਿਹੜਾ ਹੈ ਨਾ ਕਿਹੋ ਜਿਹਾ ਹੈਗਾ। ਸੋ ਸਮੇਂ ਸਮੇਂ ਦੇ ਵਿੱਚ ਹੈ ਨਾ ਦੇਵੀ ਦੇਵਤਿਆਂ ਨੇ ਆਪਣੇ ਜੀਵਨ ਦੇ ਵਿੱਚ ਬੜੀਆਂ ਭਾਰੀਆਂ ਖੋਜਾਂ ਕੀਤੀਆਂ, ਪਰ ਇਹਨਾਂ ਖੋਜਾਂ ਦੇ ਆਧਾਰ ਦੇ ਉੱਤੇ ਇੱਕ ਸਿੱਟਾ ਜਿਹੜਾ ਹੈ ਨਾ ਸਾਰਿਆਂ ਨੇ ਸਾਂਝਾ ਕੱਢਿਆ। ਉਹ ਕੀ ਹੈ ਕਿ ਵਾਹਿਗੁਰੂ ਦੀ ਇੱਕ ਤਿਲ ਦਾ ਵੀ ਜਿਹੜਾ ਹੈ ਨਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਦੇ ਤਿਲ ਦੇ ਅੰਦਰ ਐਡੀ ਭਾਰੀ ਪਾਵਰ ਹੈਗੀ ਆ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਰੋਮ ਰੋਮ ਵਿੱਚ ਰੱਖੀਆਂ ਕੋਟ ਬ੍ਰਹਿਮੰਡ ਅਸੰਖ ਅਪਾਰਾ। ਉਸ ਦੇ ਤਿਲ ਦੇ ਅੰਦਰ ਕਰੋੜਾਂ ਹੀ ਬ੍ਰਹਿਮੰਡ ਆ, ਫਿਰ ਉਹਨਾਂ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਫਿਰ ਕਰੋੜਾਂ ਬ੍ਰਹਿਮੰਡ ਆ, ਫਿਰ ਉਹਨਾਂ ਕਰੋੜਾਂ ਬ੍ਰਹਿਮੰਡਾਂ ਦੇ ਫਿਰ ਕਰੋੜਾਂ ਬ੍ਰਹਿਮੰਡ ਆ। ਇੱਕ ਕਿਣਕੇ ਦਾ ਪਾਰਾਵਾਰ ਨਹੀਂ ਹੈਗਾ। ਤੇ ਦੇਖੋ ਇਨਸਾਨੀ ਬੁੱਧੀ ਤਾਂ ਤੁੱਛ ਹੈਗੀ ਆ। ਇਸੇ ਕਰਕੇ ਕਲਗੀਧਰ ਮਹਾਰਾਜ ਨੇ ਸਾਨੂੰ ਜਿਹੜਾ ਹੈ ਨਾ ਇਹ ਸਮਝਾਇਆ ਹੈ ਕਿ ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਜਿਨੀ ਤਨ ਤਾਇਆ। ਕਹਿੰਦੇ ਏਡੇ ਏਡੇ ਦੇਵੀ ਦੇਵਤੇ ਹੋਏ ਆ, ਮੁਨੀ ਜਨ ਤਪਸਵੀ ਬਹੁਤ ਭਾਰੇ, ਜਿਨ੍ਹਾਂ ਦੀਆਂ ਉਮਰਾਂ ਲੱਖਾਂ ਸਾਲ ਸੀਗੀਆਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬੜੀ ਭਾਰੀ ਤਪੱਸਿਆ ਕੀਤੀ, ਪਰ ਨਾਲ ਖੀਰ ਕੀ ਕਹਿੰਦੇ ਕਿੰਨੀ ਤੇਰਾ ਅੰਤ ਨਾ ਪਾਇਆ। ਕਹਿੰਦੇ ਵਾਹਿਗੁਰੂ ਕਿਸੇ ਨੇ ਵੀ ਤੇਰੇ ਇੱਕ ਕਿਣਕੇ ਦਾ ਅੰਤ ਨਹੀਂ ਪਾਇਆ। ਤੇ ਜੇ ਉਹਦੇ ਕਿਣਕੇ ਦਾ ਅੰਤ ਨਹੀਂ ਪਾਇਆ ਤੇ ਉਸ ਕਿਣਕੇ ਦੇ ਵਿੱਚ ਵਿਆਪਨ ਵਾਲੀਆਂ ਜਿਹੜੀਆਂ ਅਸੰਖ ਲੀਲਾ ਹਨ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਸੋ ਆਓ ਅੱਜ ਆਪਾਂ ਦਾਸ ਜਿਹੜਾ ਹੈਗਾ ਆਪ ਸਾਰੀਆਂ ਸੰਗਤਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਹੈ ਨਾ ਇੱਕ ਜੋ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਿਵੇਂ ਆਪਾਂ ਦੇਖਦੇ ਹਾਂ ਕਿ ਨਾਮਦੇਵ ਭਗਤ ਜੀ ਹੋਏ ਆ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਸੋ ਜਦੋਂ ਨਾਮਦੇਵ ਜੀ ਬੱਚੇ ਸੀ, ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਨਾ ਮੂਰਤੀਆਂ ਦੀ ਪੂਜਾ ਕਰਦੇ ਹੁੰਦੇ ਸੀ ਤੇ ਉਹਨਾਂ ਮੂਰਤੀਆਂ ਨੂੰ ਦੁੱਧ ਪਿਲਾਉਂਦੇ ਹੁੰਦੇ ਸੀ। ਕੋਈ ਐਸਾ ਟਾਈਮ ਆਇਆ ਜਦੋਂ ਇਹਨਾਂ ਦੇ ਪਿਤਾ ਜੀ ਨੂੰ ਕੋਈ ਕੰਮ ਪਿਆ ਤੇ ਉਹਨਾਂ ਨੇ ਨਾਮਦੇਵ ਜੀ ਨੂੰ ਇਹ ਕਹਿਤਾ ਕਿ ਤੁਸੀਂ ਹੈ ਨਾ ਮੂਰਤੀਆਂ ਨੂੰ ਦੁੱਧ ਪਿਲਾ ਦੇਣਾ, ਭੋਗ ਲਵਾ ਦੇਣਾ। ਇਹ ਕਹਿ ਕੇ ਇਹਨਾਂ ਦੇ ਪਿਤਾ ਜੀ ਤਾਂ ਚਲੇ ਗਏ, ਪਰ ਨਾਮਦੇਵ ਜੀ ਜਦੋਂ ਬੱਚੇ ਸੀਗੇ ਉਹਨਾਂ ਨੂੰ ਇਸ ਗੱਲ ਦਾ ਭੇਦ ਨਹੀਂ ਸੀ। ਉਹਨਾਂ ਦੇ ਸਮਝ ਵਿੱਚ ਇਹੋ ਸੀ ਕਿ ਸ਼ਾਇਦ ਜਿਹੜੀਆਂ ਮੂਰਤੀਆਂ ਇਹ ਜਿੰਦਾ ਹੈਗੀਆਂ ਤੇ ਇਸ ਕਰਕੇ ਦੁੱਧ ਪੀ ਲੈਂਦੀਆਂ। ਪਰ ਜਦੋਂ ਇਸ ਤਰ੍ਹਾਂ ਨਾਮਦੇਵ ਜੀ ਨੇ ਆਪਣੇ ਪਿਤਾ ਦਾ ਜਿਹੜਾ ਜੋ ਉਹਨਾਂ ਦੀ ਸ਼ਰਧਾ ਭਾਵਨਾ ਸੀਗੀ ਜਾਂ ਜਿਸ ਤਰ੍ਹਾਂ ਉਹ ਦੁੱਧ ਪਿਲਾਉਂਦੇ ਸੀ, ਜਦ ਇਸ ਤਰ੍ਹਾਂ ਦੁੱਧ ਪਿਲਾਇਆ ਤੇ ਉਹਨਾਂ ਨੇ ਕੀ ਦੇਖਿਆ, ਮੂਰਤੀਆਂ ਜਿਹੜੀਆਂ ਸੀਗੀਆਂ ਦੁੱਧ ਨਹੀਂ ਸੀ ਪੀਂਦੀਆਂ। ਹੁਣ ਜਿਹੜੇ ਨਾਮਦੇਵ ਜੀ ਬੱਚੇ ਸੀ ਉਹਨਾਂ ਦੇ ਮਨ 'ਚ ਆਇਆ ਕਿ ਸ਼ਾਇਦ ਜਿਹੜੀਆਂ ਮੂਰਤੀਆਂ ਹਨ ਇਹ ਮੇਰੇ ਨਾਲ ਨਾਰਾਜ਼ ਹੋ ਗਈਆਂ, ਕਿਉਂਕਿ ਪਿਤਾ ਜੀ ਦੇ ਆਖੇ ਲੱਗ ਕੇ ਤਾਂ ਪੀਂਦੀਆਂ ਸੀ ਪਰ ਮੇਰੇ ਆਖੇ ਲੱਗ ਕੇ ਨਹੀਂ ਪੀਂਦੀਆਂ। ਪਰ ਦੇਖੋ ਜਦੋਂ ਨਾਮਦੇਵ ਜੀ ਨੇ ਆਪਣੀ ਜਿਹੜੀ ਦ੍ਰਿੜਤਾ ਸੀਗੀ ਮੂਰਤੀਆਂ ਦੇ ਅੱਗੇ ਰੱਖ ਦਿੱਤੀ ਆ, ਤਾਂ ਦੇਖੋ ਮੂਰਤੀਆਂ ਦੇ ਵਿੱਚ ਹੁਣ ਪਰਮੇਸ਼ਰ ਨੇ ਪ੍ਰਗਟ ਹੋ ਕੇ ਨਾਮਦੇਵ ਜੀ ਦੇ ਹੱਥੋਂ ਜਿਹੜਾ ਸੀਗਾ ਉਹ ਦੁੱਧ ਛਕ ਲਿਆ ਹੈਗਾ, ਜਿਹਦਾ ਪ੍ਰਮਾਣ ਸਾਨੂੰ ਭਾਈ ਗੁਰਦਾਸ ਦੀ ਬਾਣੀ ਦੇ ਵਿੱਚ ਸੁਭਾਵਿਕ ਹੀ ਮਿਲ ਜਾਂਦਾ। ਇਸ ਤਰ੍ਹਾਂ ਬਾਬਾ ਧੰਨਾ ਜੀ ਦੀ ਗੱਲ ਹੈ ਕਿ ਇੱਕ ਪੱਥਰ ਦੇ ਵਿੱਚੋਂ ਜਦੋਂ ਬਾਬਾ ਧੰਨਾ ਜੀ ਨੇ ਆਪਣੀ ਜੋ ਭਾਵਨਾ ਸ਼ਰਧਾ ਪ੍ਰਗਟ ਕੀਤੀ ਆ, ਤੇ ਉਸ ਭਾਵਨਾ ਸ਼ਰਧਾ ਦੇ ਵਿੱਚ ਜੋ ਉਹ ਨਾਮਦੇਵ ਜੀ ਵਾਲੀ ਜਿਹੜੀ ਬਾਲ ਬੁੱਧ ਸੀਗੀ, ਉਸੇ ਬਾਲ ਬੁੱਧ ਦੇ ਨਾਲ ਪਰਮੇਸ਼ਰ ਨੇ ਪੱਥਰ ਦੇ ਵਿੱਚੋਂ ਪ੍ਰਗਟ ਹੋ ਕੇ ਫਿਰ ਧੰਨਾ ਜੀ ਦਾ ਪ੍ਰਸ਼ਾਦਾ ਵੀ ਛਕਿਆ ਤੇ ਫਿਰ ਲੱਸੀ ਵੀ ਛਕੀ ਹੈ, ਜਿਹਦੇ ਪ੍ਰਮਾਣ ਸਾਨੂੰ ਹੁਣ ਸਭ ਨੂੰ ਜਿਹੜਾ ਹੈਗਾ ਗੁਰਬਾਣੀ ਵਿੱਚੋਂ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦੇ ਆ। ਪਰ ਇਹ ਜਿਹੜੀ ਸਾਰੀ ਲੀਲਾ ਹੈਗੀ ਪਰਮੇਸ਼ਰ ਦੀ, ਇਹ ਇਕੱਲੀ ਭਗਤਾਂ ਦੇ ਨਾਲ ਨਹੀਂ ਹੋਈ, ਲੇਕਿਨ ਇਸ ਲੀਲਾ ਤੋਂ ਬਾਅਦ ਭਗਤਾਂ ਨੂੰ ਜਿਹੜੇ ਸੀ ਅਸਲੀ ਜੋ ਭੇਦ ਸੀਗਾ ਉਹ ਪਤਾ ਲੱਗਾ ਹੈਗਾ ਕਿ ਇਹ ਜੋ ਭਾਵਨਾ ਸੀ ਵਾਹਿਗੁਰੂ ਨੇ ਇਸ ਭਾਵਨਾ ਨੂੰ ਫੜ ਲਾਇਆ, ਪਰ ਅਸਲ ਜੋ ਹੈ ਨਾ ਵਾਹਿਗੁਰੂ ਦਾ ਸਰੂਪ ਹੈਗਾ ਉਹ ਹੈਗਾ ਨਾਮ ਜਪ ਕੇ। ਨਾਮ ਜਪ ਕੇ ਫਿਰ ਉਹ ਸਰੂਪ ਦਾ ਸਾਨੂੰ ਹੈ ਨਾ ਸਹੀ ਪਤਾ ਲੱਗਦਾ ਹੈ ਕਿ ਉਹ ਸਰੂਪ ਹੈ ਕੀ ਆ। ਇਸ ਕਰਕੇ ਹੈ ਨਾ ਇਹ ਜਿਹੜੇ ਦਰਸ਼ਨ ਹੈਗੇ ਆ, ਇਹਨਾਂ ਦਰਸ਼ਨਾਂ ਦਾ ਕਮਾਲ ਹੈ ਕਿ ਇਹਨਾਂ ਦਰਸ਼ਨਾਂ ਦੀ ਝਲਕ ਜਿਹੜੀ ਹੈ ਇਹ ਭਗਤਾਂ ਨੂੰ ਇਹ ਦਰਸਾਉਂਦੀ ਆ ਕਿ ਨਾਮ ਕਿਵੇਂ ਜਪਣਾ ਹੈ। ਉਹਨਾਂ ਦੇ ਅੰਦਰ ਇਹ ਦ੍ਰਿੜਤਾ ਬਣ ਜਾਂਦੀ ਆ ਕਿ ਅਗਰ ਇਹ ਸਾਰਾ ਕੁਝ ਸਾਡੇ ਨਾਲ ਇਸ ਤਰ੍ਹਾਂ ਪ੍ਰਤੱਖ ਹੋ ਸਕਦਾ ਹੈ ਤੇ ਨਾਮ ਜਪਣ ਤੋਂ ਬਾਅਦ ਉਹ ਅਕਾਲ ਪੁਰਖ ਸ਼ਕਤੀ ਜਿਹੜੀ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਫਿਰ ਉਸ ਭਗਤ ਦੇ ਅੱਗੇ ਜਿਹੜੀ ਹੈ ਆਪਣਾ ਆਪ ਪ੍ਰਗਟ ਕਰ ਦਿੰਦੀ ਹੈ। ਜਿਵੇਂ ਗੁਰਬਾਣੀ ਵਿੱਚ ਆਖਿਆ ਹੈ ਕਿ ਰੂਪ ਨ ਰੇਖ ਨ ਰੰਗ ਕੁਛ ਤ੍ਰੈ ਗੁਣ ਤੇ ਪ੍ਰਭ ਭਿੰਨ। ਕਹਿੰਦੇ ਚਾਹੇ ਉਹ ਸ਼ਕਤੀ ਦਾ ਰੂਪ ਰੰਗ ਰੇਖ ਨਹੀਂ, ਤਿੰਨਾਂ ਗੁਣਾਂ ਤੋਂ ਜਿਹੜੀ ਸ਼ਕਤੀ ਭਿੰਨ ਹੈ,
पर नाल कहता तिसे बजाए नानका जिस होवे सुप्रसन्न। कहंदे उहनूं अपनी समझ करा दिंदी है जिहदे ते इह शक्ति जिहड़ी है ना टुੱਟਦੀ हैगी आ। इसे तरह है ना ये जिहड़ियां लीला हैगियां ये एक नहीं अनेकां प्राणियां दे नाल ना सुहाग पहिलां हुंदियां है। इन्हां लीला तो बाद फिर मन की जिहड़ी ना दृढ़ता जब विश्वास हैगा एडा भारा बन जाता हैगा कि फिर उन्होंने जिहड़ी असल असलीयत है ना वो सामने आउण लग पैंदी है। उन्होंने पता लग जाता है कि असीं जां साडा परिवार साडे माँ बाप संसार इत्थे हरेक चीज़ नासवान है जिहदी असलीयत कोई नहीं, पर असल दे विच जिहड़ी है ना सच्चाई कुछ होर है। वो सच्चाई है केवल ते केवल वाहिगुरू, बाकी जिहड़ा ना सब कुछ झूठ है ते सच केवल ते केवल अकाल पुरख है। ते अकाल पुरख जिहड़ा सच है ते जिहड़ियां रूहां अकाल पुरख दे नाल जुड़ जांदियां वो फिर सच दा ही रूप बन जांदियां। जिवें गुरबाणी आखदी है राम गयो रावण गयो जां को बहु परिवार, कहो नानक थिर कुछ नहीं सुपने जो संसार। कि इत्थे सारे चले गए क्यों संसार जिहड़ा ना एक सुपने दी न्याय हैगा। तो जिहड़ा सुपना कदी उहदी असलीयत नहीं हुंदी, सुपना जिहड़ा है ना हमेशा असत हुंदा हैगा। पर वाहिगुरू जिहड़ा ना जिहड़े उहदे प्यारे आ पहिलां उहनां नूं है ना दर्शन दे के फिर उहनां नूं इस सुपने दी असलीयत जिहड़ी है वो दसदा हैगा। जिवें एक संत है ना संत बाबा मिस सिंह जी होए आ किशनपुर वाले, ये जिहड़े है ना महापुरख सीगे ये किसी टाइम जदों फौज च सीगे इन्हां ने अपने जीवन का जिहड़ा ना पहला तजर्बा जिहड़ा सीगा इह साझा कीता सीगा। इन्हें दस्सिया सीगा कि जदों एक बार उन्हां दी जिहड़ी ड्यूटी सी बंगाल दे विच एक पहाड़ी जिहदा नाम है ना उस टाइमां दे विच गुंड पहाड़ जिहड़ा आर्मी दे नक्शां च उकरिया गया सीगा, उत्थों पानी लियाउण दी लगी। कहंदे जदों असीं ना गुंड पहाड़ दे उत्ते खच्चरां लैके पानी लैण गए, रस्ते दे विच एक पिंड सीगा। उस पिंड दे विच कहंदे राह दे विच एक जिहड़ी सीगी वो एक थड़े दे रूप दे विच है ना एक जगह जिहड़ी सी वो रस्ते च पैंदी सीगी। कहंदे जदों असीं उस जगह दे कोल नहीं लंघदे सी जिहड़ा थड़ा सी है ना थड़े दे कोल नहीं जदों असीं लंघदे सीगे, कहंदे असीं की देखदे सी कि जिहड़े पिंड दे सियाणे बंदे आ जां बजुर्ग आ ना वो थड़े नूं मत्था टेकदे आ। पर कहंदे मैं गुरु दा सिख होण करके है ना कहंदे इस बल कदी ध्यान नहीं दिता। पर जदों कहंदे 2-3 दिन होया जदों मैं उत्थों दी लंघिया तो मैं की देखा एक बहुत ही जिहड़ा ना बिरध बजुर्ग सीगा उसने इस थड़े नूं डंडौत होके नमस्कार कीती। ओहदी नमस्कार दा तरीका देख के ते फिर भाई मिस हुणी कहण लगे कि साडे जिहड़े सी पैर रुक गए। जदों डंडौत बंदना करके थोड़ा जिहा कहंदे वो अपना फ्री होया तो कहंदे फिर असीं उहनूं पुछया कि तुसीं इह काहदी जगह जिहनूं तुसीं मत्था टेकदे आ। फिर कहंदे उहने दस्सिया सीगा कि इत्थे है ना नानक तपा रहिंदा हैगा ते इस थड़े दे उत्ते बैठ के उस नानक तपा ने साडे पिंड नूं उपदेश दित्ता सीगा। ते इस नानक तपे दी जिहड़ी ना होंद आ इस होंद नूं अज भी जिहड़े साडे नगर वाले मनदे आ ते इत्थे जो भी कोई इच्छा जां मानता रखदा हैगा ओहदी अवाशी पूरी हो जांदी आ। सो भाई मिस सिंह जी हुणां ने उस टाइम दस्सिया सीगा कहंदे फिर मैनूं जदों उन्ने बजुर्ग ने दस्सिया कि इत्थे नानक तपा आया सीगा उन्ने बैठ के थड़े ते साडे पिंड नूं उपदेश दित्ता सी ते कहंदे जित मैनूं पता लग्या सीगा कि इन्हां दी मुराद जिहड़ी है धन गुरु नानक साहब तों आ। तो कहंदे फिर मैं मन विच इन्ना जिहड़ा सी शर्मिंदा होया कि मैं सिख हो के है ना इस थड़े नूं नमस्कार नहीं कीती, क्योंकि भाई गुरदास जी दा फरमान है कि जिथे बाबा पैर धरे पूजा आसन थापण सोया। बस कहंदे गल की सी उस तो बाद कहंदे असीं प्रण कर लिया हैगा कि जद तक इस अस्थान दे कोलों दी असीं लंघांगे इहदी थड़े दी जरूर सेवा करांगे। कहंदे असीं जद थड़े वाल निगाह मारी थड़ा जिहड़ा सीगा वो इन्ना घाह फूस दे नाल ते जानवरां दीयां बिट्ठां नाल भरिया पिया सीगा। कहंदे असीं उस तो बाद जद रात होनी आ ते वो सारा थड़ा साफ करके उहनूं पूरे जल दे नाल कहंदे उहनूं नला के फिर थल्ले बैठ के है गुरु नानक साहब दे चरनां दा ध्यान धरना। पर कहंदे इस तरह सेवा करदिआं ध्यान धरदिआं हजे कहंदे तीसरा दिन नहीं होया सीगा कि उस थड़े ते प्रतੱਖ धन गुरु नानक साहब ने सानूं दर्शन दिते। ते उन्हां दर्शनां दे विच फिर कहंदे सानूं गुरु नानक साहब ने ये आख्या सीगा कि कहंदे भाई तेरी चीज़ मस्तूआं ने। बस ये जिहड़ा कहंदे इशारा सीगा सानूं उत्थों मिलिया सीगा। बस ये जिहड़े दर्शनां दी झलक सीगी गुरु नानक साहब दी
ਕਹਿੰਦੇ ਬਸ ਇਹ ਅਸੀਂ ਦੱਸ ਨਹੀਂ ਸਕਦੇ। ਤੇ ਜਿਹੜਾ ਉਹਨੇ ਸਾਨੂੰ ਸ਼ਬਦ ਬੋਲ ਕੇ ਦੱਸਿਆ ਸੀ ਕਿ ਤੇਰੀ ਚੀਜ਼ ਮਸਤੂਆਂ ਨੇ, ਕਹਿੰਦੇ ਸੀ ਸਮਝ ਗਏ ਸੀਗੇ ਕਿ ਸਾਡਾ ਜਿਹੜਾ ਹੈ ਨਾ ਜਾਣ ਦਾ, ਜੋ ਸਾਡੇ ਕੋਲ ਗਿਆਨ ਦਾ ਭੰਡਾਰ ਆਉਣਾ ਹੈਗਾ, ਉਹ ਕੇਵਲ ਤੇ ਕੇਵਲ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਦੇ ਪਾਸੋਂ ਹੀ ਮਿਲਣਾ ਹੈਗਾ। ਬਸ ਕਹਿੰਦੇ ਇਸ ਚੀਜ਼ ਨੇ ਕਹਿੰਦੇ ਸਾਨੂੰ ਜਿਹੜੀ ਸੀ ਸਾਰੀ ਦੁਨੀਆ ਭੁਲਾਤੀ। ਤਾਂ ਬਸ ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਹੈ ਨਾ ਸਭ ਕੁਝ ਭੁੱਲ ਕੇ ਮੁੜ ਕੇ ਫਿਰ ਬੰਦਗੀ ਵਾਲੇ ਪਾਸੇ ਜਿਹੜੇ ਸੀ ਉਹ ਸ਼ੁਰੂ ਹੋ ਗਏ ਸੀਗੇ। ਇਸ ਤਰ੍ਹਾਂ ਦਾ ਇੱਕ ਪ੍ਰਮਾਣ ਹੈ ਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆ, ਉਹ ਕਹਿੰਦੇ ਸੀਗੇ ਜਦੋਂ ਮੈਂ ਅੰਮ੍ਰਿਤ ਛਕਿਆ ਸੀਗਾ ਤੇ ਮੈਨੂੰ ਵਾਹਿਗੁਰੂ ਸ਼ਬਦ ਦਿੱਤਾ ਸੀਗਾ, ਪਰ ਮੇਰੇ ਮਨ ਦੇ ਵਿੱਚ ਸ਼ੰਕਾ ਸੀਗੀ ਕਿ ਜਿਹੜਾ ਗੁਰਬਾਣੀ ਦੇ ਅੰਦਰ ਜਿਹੜੇ ਅਨੇਕਾਂ ਸ਼ਬਦ ਦੱਸੇ ਆ ਕਿ ਰਾਮ, ਅੱਲਾ, ਮਾਧੋ, ਸਾਰੇ ਜਿਹੜੇ ਹੈ ਇਹਨਾਂ ਦੇ ਬਾਰ-ਬਾਰ ਜ਼ਿਕਰ ਆਉਂਦੇ ਆ, ਪਰ ਅਸਲ ਦੇ ਵਿੱਚ ਜਿਹੜਾ ਹੈ ਨਾ ਵੱਡਾ ਸ਼ਬਦ ਕਿਹੜਾ ਹੈਗਾ। ਖੈਰ ਕਹਿੰਦੇ ਇੱਕ ਦਿਨ ਹੈ ਨਾ ਅਸੀਂ ਇਸੇ ਸ਼ਬਦ ਦੀ ਜਿਹੜੀ ਸੀਗੀ ਧਾਰਨਾ ਕਿ ਵਾਹਿਗੁਰੂ ਸ਼ਬਦ ਜਿਹੜਾ ਹੈ ਪਰਿਪੂਰਨ ਹੈਗਾ, ਕਹਿੰਦੇ ਇਹਦਾ ਫੈਸਲਾ ਆਪਣੀ ਮਨ ਦੀ ਸ਼ੰਕਾ ਦੇ ਵਿੱਚੋਂ ਕੱਢਣ ਵਾਸਤੇ ਕਹਿੰਦੇ ਜਦ ਅਸੀਂ ਅਰਦਾਸ ਕੀਤੀ, ਅਰਦਾਸ ਵਿੱਚ ਅਸੀਂ ਇਹ ਜਿਹੜਾ ਸੀ ਸੰਕਲਪ ਲਿਆ ਸੀਗਾ ਕਿ ਸਵੇਰੇ ਜੋ ਹੈ ਨਾ ਵਾਕ ਆਊਗਾ, ਜਿਹੜਾ ਪਹਿਲਾ ਅੱਖਰ ਆਊਗਾ ਉਹੀ ਹੀ ਮੇਰੇ ਜਿਹੜੀ ਸ਼ੰਕਾ ਦਾ ਜਵਾਬ ਹੋਊਗਾ। ਜੇ ਬਾਬਾ ਆਊਗਾ ਤਾਂ ਮੈਂ ਸਮਝੂੰਗਾ ਕਿ ਵਾਹਿਗੁਰੂ ਸ਼ਬਦ ਸਭ ਤੋਂ ਵੱਡਾ ਹੈ ਗੁਰਮੰਤਰ ਦੇ ਰੂਪ 'ਚ, ਜੇ ਰਾਰ ਆਊਗਾ ਤਾਂ ਮੈਂ ਰਾਮ ਕਹੂੰਗਾ, ਜੇ ਗੱਗਾ ਆਊ ਤਾਂ ਮੈਂ ਗੋਬਿੰਦ। ਇਸ ਤਰ੍ਹਾਂ ਕਹਿੰਦੇ ਜਦੋਂ ਅਸੀਂ ਮੰਨ ਕੇ ਤੁਰੇ ਹਾਂ, ਜਦੋਂ ਕਹਿੰਦੇ ਜਿਉਂ-ਜਿਉਂ ਅਸੀਂ ਰਾਤ ਨੂੰ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਨੂੰ ਤੁਰੇ ਹਾਂ ਤਾਂ ਅਸੀਂ ਕੀ ਦੇਖਿਆ ਹੈਗਾ ਕਿ ਸਾਡੇ ਕੰਨਾਂ ਦੇ ਵਿੱਚ ਨਾ ਬਹੁਤ ਮਧੁਰ ਬਾਣੀ ਪਈ ਆ, ਅਤੇ ਉਹ ਬਾਣੀ ਇੰਨੀ ਮਿੱਠੀ ਸੀਗੀ ਕਿ ਅਸੀਂ ਉਹਨੂੰ ਪ੍ਰਤੱਖ ਸੁਣ ਸਕਦੇ ਸੀਗੇ। ਪਰ ਜਿਉਂ ਹੀ ਕਹਿੰਦੇ ਅਸੀਂ ਉਸ ਗੁਰਦੁਆਰੇ ਸਾਹਿਬ ਦੇ ਅੰਦਰ ਗਏ ਹਾਂ, ਜਦ ਮੇਨ ਗੇਟ 'ਤੇ ਪਹੁੰਚੇ ਹਾਂ, ਕਿਸੇ ਗੁਪਤ ਸ਼ਕਤੀ ਨੇ ਸਾਨੂੰ ਉਸ ਮੇਨ ਗੇਟ ਦੇ ਵਿੱਚੋਂ ਕਹਿੰਦੇ ਪਿੱਛੋਂ ਦੀ ਜਿਹੜਾ ਸੀਗਾ ਉਹ ਧੱਕਾ ਮਾਰਿਆ। ਉਸ ਧੱਕੇ ਦਾ ਜਿਹੜਾ ਹੈ ਨਾ ਕਹਿੰਦੇ ਆਲਾਸ ਸੀਗਾ ਜਾਂ ਸਾਡੇ ਅੰਦਰ ਅਨੁਭਵ ਸੀ, ਉਹ ਇਸ ਤਰ੍ਹਾਂ ਸੀਗੀ ਜਿਵੇਂ ਸਾਨੂੰ ਕਿਸੇ ਨੇ ਪੀਂਘ ਦਾ ਹਲਾਰਾ ਦਿੱਤਾ ਹੁੰਦਾ। ਅਤੇ ਅਸੀਂ ਦੇਖੋ ਕਹਿੰਦੇ ਬਾਹਰਲੇ ਬੂਹੇ ਤੋਂ ਨਿਕਲ ਕੇ ਜਿਹੜਾ ਗੁਰਦੁਆਰੇ ਸਾਹਿਬ ਜਿੱਥੇ ਮਹਾਰਾਜ ਦਾ ਸਰੂਪ ਹੁੰਦਾ ਉਹ ਦਰਵਾਜ਼ਾ ਲੰਘ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਹਿੰਦੇ ਸੀ ਅਸੀਂ ਲੰਮੇ ਪੈ ਗਏ। ਇਹ ਕਹਿੰਦੇ ਸਾਡੇ ਨਾਲ ਜਿਹੜੀ ਸੀ ਪਹਿਲੀ ਘਟਨਾ ਹੋਈ ਆ ਕਿ ਐਡਾ ਵੱਡਾ ਫੈਸਲਾ ਅਸੀਂ ਇੱਕ ਸੈਕਿੰਡ ਦੇ ਵਿੱਚ ਕਿਵੇਂ ਜਿਹੜਾ ਆ ਗਏ ਹਾਂ। ਪਰ ਕਹਿੰਦੇ ਜਿਉਂ ਅਸੀਂ ਜਿਹੜਾ ਸੀਗਾ ਉਹ ਇਸੇ ਚੀਜ਼ ਨੂੰ ਜਿਹੜਾ ਅਜੇ ਮਨ ਵਿੱਚ ਹੀ ਸੀਗਾ ਕਿ ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਵੱਲ ਦੇਖਿਆ ਤਾਂ ਕੀ ਦੇਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈਗਾ ਅਤੇ ਉਸ ਪ੍ਰਕਾਸ਼ ਦੇ ਉੱਤੇ ਚੌਰ ਸਾਹਿਬ ਵੀ ਆਪਣੇ ਆਪ ਜਿਹੜਾ ਹੈ ਨਾ ਉਹ ਹੋ ਰਿਹਾ ਹੈਗਾ। ਕਹਿੰਦੇ ਅਸੀਂ ਹੈਰਾਨ ਸੀਗਾ, ਉੱਥੇ ਕੋਈ ਆਦਮੀ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ ਅਤੇ ਚੌਰ ਆਪਣੇ ਆਪ ਹੋ ਰਿਹਾ ਸੀਗਾ। ਇਹ ਜਿਹੜੀ ਹੈ ਨਾ ਕਹਿੰਦੇ ਦੂਸਰੀ ਘਟਨਾ ਮੇਰੇ ਨਾਲ ਵਾਪਰੀ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਪਹਿਲਾਂ ਤਾਂ ਮੈਨੂੰ ਕਿਸੇ ਗੁਪਤ ਸ਼ਕਤੀ ਨੇ ਪੀਂਘ ਵਾਂਗੂ ਧੱਕਾ ਮਾਰ ਕੇ ਮੋਹਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਭੇਜ ਦਿੱਤਾ, ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਇਆ, ਫਿਰ ਚੌਰ ਵੀ ਆਪਣੇ ਆਪ ਹੋ ਰਿਹਾ ਹੈਗਾ, ਕਦੀ ਖੱਬੇ ਕਦੀ ਸੱਜੇ, ਪਰ ਉਹ ਚੌਰ ਕਰਨ ਵਾਲਾ ਜਿਹੜਾ ਸੀ ਕੋਈ ਹੱਥ ਜਾਂ ਕੋਈ ਸ਼ਖਸ ਦਿਖਾਈ ਨਹੀਂ ਸੀ ਦਿੰਦਾ। ਪਰ ਕਹਿੰਦੇ ਜੋ ਹੀ ਅਚਰਜਤਾ ਦੇ ਨਾਲ ਅਸੀਂ ਦੇਖਣ ਲੱਗੇ ਤੇ ਜਾਂ ਕੀ ਦੇਖਿਆ, ਗੁਰੂ ਗ੍ਰੰਥ ਸਾਹਿਬ ਦੇ ਮੇਨ ਵਿਚਕਾਰ ਜਿਹੜੇ ਸੀ ਇੱਕ ਪ੍ਰਕਾਸ਼ ਪ੍ਰਗਟ ਹੋਇਆ। ਉਸ ਪ੍ਰਕਾਸ਼ ਦੇ ਵਿੱਚ ਕਹਿੰਦੇ ਵਾਹਿਗੁਰੂ ਜਿਹੜਾ ਨਾ ਸ਼ਬਦ ਲਿਖਿਆ ਹੋਇਆ ਸੀਗਾ, ਜਿਹੜਾ ਸ਼ਬਦ ਸੀਗਾ ਕਹਿੰਦੇ ਉਹ ਇਸ ਤਰ੍ਹਾਂ ਚਮਕ ਰਿਹਾ ਸੀ ਵੀ ਜਿਵੇਂ ਕਹਿੰਦੇ ਕਰੋੜਾਂ ਜਿਹੜੇ ਹੀਰੇ ਆ ਉਹਨਾਂ ਦਾ ਪ੍ਰਕਾਸ਼ ਹੋਵੇ। ਅਤੇ ਇਸ ਸ਼ਬਦ ਜਿਹੜਾ ਸੀਗਾ ਇਹ ਤੋਂ ਜਿਹੜੀਆਂ ਤਰੰਗਾਂ ਆਕਾਸ਼ ਨੂੰ ਨਿਕਲ ਰਹੀਆਂ ਸੀਗੀਆਂ, ਸਾਰੀਆਂ ਤਰੰਗਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਜਿਹੜਾ ਸੀ ਕਹਿੰਦੇ ਸਾਨੂੰ ਪ੍ਰਤੱਖ ਜਿਹੜਾ ਸੀਗਾ ਉਹ ਦਰਸ਼ਨ ਦੇ ਰਿਹਾ ਸੀਗਾ। ਬਸ ਫਿਰ ਕਹਿੰਦੇ ਕੀ ਸੀ, ਸਾਡੇ ਜਿਹੜੀ ਮਨ ਦੀ ਸ਼ੰਕਾ ਸੀਗੀ ਉਹ ਤਾਂ ਕਹਿੰਦੇ ਸਾਡੀ ਉਸੇ ਟਾਈਮ ਹੀ ਨਿਕਲ ਗਈ ਸੀ ਜਦੋਂ ਸਾਨੂੰ ਬਾਹਰੋਂ ਹੈ ਨਾ ਪਹਿਲਾਂ ਹੀ ਧੱਕਾ ਪਿਆ ਸੀਗਾ ਪੀਂਘ ਵਾਂਗੂ। ਬਾਕੀ ਵਾਹਿਗੁਰੂ ਸ਼ਬਦ ਦੀ ਜਿਹੜੀ ਮਹਿਮਾ ਹੈਗੀ ਆ ਕਹਿੰਦੇ ਇਹ ਤਾਂ ਸਾਨੂੰ ਉਦੋਂ ਪਤਾ ਲੱਗੀ ਆ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਅਤੇ ਚੌਰ ਸਾਹਿਬ ਵੀ ਆਪ ਹੋ ਰਿਹਾ ਸੀਗਾ ਤਾਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਹੁਤ ਭਾਰੀ ਰੋਸ਼ਨੀ ਦੇ ਵਿੱਚ ਵਾਹਿਗੁਰੂ ਸ਼ਬਦ ਜਿਹੜਾ ਸੀਗਾ ਉਹ ਚਮਕਾਰੇ ਮਾਰ ਰਿਹਾ ਸੀਗਾ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੀਆਂ ਸਾਰੀਆਂ ਤਰੰਗਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਇਸ ਤਰ੍ਹਾਂ ਪਰੋਤਾ ਸੀਗਾ ਜਿਵੇਂ ਧਾਗੇ ਦੇ ਵਿੱਚ ਜਿਹੜਾ ਉਹ ਮੋਤੀ ਪਰੋਤੇ ਹੋਣ। ਇਹ ਜਿਹੜੀ ਘਟਨਾ ਸੀ ਇਹ ਬਾਬਾ ਰਣਧੀਰ ਸਿੰਘ ਦੀ ਸੀ। ਉਸ ਤੋਂ ਬਾਅਦ ਫਿਰ ਉਹਨੇ ਦੱਸਿਆ ਆਪਣੇ ਜੀਵਨ ਦੇ ਵਿੱਚ ਫਿਰ ਅਸੀਂ ਕਹਿੰਦੇ ਵਾਹਿਗੁਰੂ ਸ਼ਬਦ ਦੀ ਦ੍ਰਿੜਤਾ ਜਿਹੜੀ ਸੀ ਉਹ ਇੰਨੀ ਜੀਵਨ ਦੇ ਵਿੱਚ ਉੱਚੀ ਕੀਤੀ ਕਿ ਫਿਰ ਉਹ ਸਮਾਂ ਆਇਆ ਜਦੋਂ ਸਾਨੂੰ ਪ੍ਰਤੱਖ ਸਾਖਸ਼ਾਤ ਨਿਰੰਜਣੀ ਜੋਤ ਦੇ ਦਰਸ਼ਨ ਹੋਏ ਆ। ਇਸੇ ਤਰ੍ਹਾਂ ਨਾਲ ਜਿਹੜਾ ਤੀਸਰਾ ਪ੍ਰਮਾਣ ਸੂਬੇਦਾਰ ਸਰਦਾਰ ਬਘੇਲ ਸਿੰਘ ਹੋਣਾ ਦਾ ਹੈਗਾ, ਉਹਨਾਂ ਨੇ ਲਿਖਿਆ ਸੀ, ਉਹ ਕਹਿੰਦੇ ਵੀ ਜਦੋਂ 1955 ਦੇ ਵਿੱਚ ਅਸੀਂ ਅਸਾਮ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਅਤੇ ਅਸਾਮ ਦੇ ਵਿੱਚ ਕਹਿੰਦੇ ਇੱਕ ਕਮਰਾ ਸੀ ਜੰਗਲ ਦੇ ਵਿੱਚ ਜਿਹੜਾ ਬਾਂਸਾਂ ਦਾ ਬਣਿਆ ਹੋਇਆ ਸੀਗਾ ਅਤੇ ਉਸ ਟਾਈਮ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਗੁਰਪੁਰਬ ਆ ਰਿਹਾ ਸੀ। ਗੁਰਪੁਰਬ ਤੋਂ ਕਹਿੰਦੇ ਕੁਝ ਹੀ ਦਿਨ ਪਹਿਲਾਂ ਅਸੀਂ ਇਸ ਤਰ੍ਹਾਂ ਬੰਦਗੀ 'ਚ ਬੈਠੇ ਸੀਗੇ।
इस बंदगी दे विच कहंदे असीं एक ऐसी झलक देखी है जिहदे विच की देखिया कि गुरु ग्रंथ साहब महाराज दा प्रकाश होया हैगा। उस प्रकाश दे जिहड़े ना सारे अखर वो सुनहरी रंग दे है ते कहंदे असीं जिहड़ा सी ये दर्शन करके हक्के बक्के हो गए। और कहंदे मैं सब तो वड्डी हैरानी मैनूं इस गल दी भी होई आ कि मैं खुद उस धन गुरु ग्रंथ साहब दे प्रकाश दे पन्नियां दे विचों हुक्मनामा भी लिया हैगा। तो कहते जो मेरी जी सी सुर तो बाहर आई मैं की देखा कि मैं उस कमरे 'च बैठा सगा, पर जो हुक्मनामा लिया सी वो मैनू चंगी तरह याद सगा। पर कहते देखो मैनू अगली गल का पता नहीं सी, पता उदों लगा जो कलगीधर महाराज दा गुरपुरब आया तो उस बिल्कुल घने जंगलों के विच एक छोटा जिहा गुरुद्वारा जिहड़ा सी आर्मी ने बनाया हुंदा सी, जिथे धन गुरु ग्रंथ साहब दा प्रकाश जिहड़ा सी 24 घंटे रहिंदा हुंदा सी। कहते जदों असीं उस गुरुद्वारे साहब गए हैं, कहते रात नूं है ना अखंड पाठ साहब ते जिहड़े सी पाठी सिंगर जिहड़े सी पाठ कर रहे सी, तो मैं कहते बाणी सुन रहा सीगा। जदों कहते तड़के दे है ना 2-2:30 जिहड़े सी इस इन्ने क बजे दा टाइम सीगा। कहते यकदम मैं उत्थे झलक की देखी कि मैनूं है ना देवी देवतियां दे दर्शन होए आ। इन्हां देवी देवतियां दे दर्शन दे विच कहते कांग कसुंभ ते कहते जिहड़ा सी ये दत्ता दिओ, उस तो बाद विष्णु भगवान। कहते जो इस तरह के दर्शन होने शुरू हो गए तो मेरे मन च फुरना आ गया कि मैं तो कलगीधर महाराज दा सिख हाँ तो मैनू देवी देवतियां दे दर्शन हो रहे आ, तो मैनू तो गुरु साहब के दर्शन होने चाहिए सी। ज्यों ही कहते फुरना बनया मैं की देखा उत्थे कुछ भी नहीं सगा। पर जब अगला दिन होया फिर वही टाइम आया तो फिर कहते दोबारा फिर एक जारी जिहड़ी कला सी प्रगट होई आ। उस कला दे विच असीं की देखिया कि धन गुरु ग्रंथ साहब दे उपर ताबिया ते जिहड़े पाठी सिंह पाठ करदे सीगे वो बिल्कुल जिहड़े सीगे मैनूं दिखाई नहीं दिते, ते उन्हां दी जगह गुरु अर्जन देव महाराज जिहड़े सी ताबिया बैठे होए सीगे। बस कहते ये एक ऐसा लोक नज़ारा सगा कि बस मेरा मन इस तरह करता सगा कि ये जिहड़ा है ना समा इस सदा वास्ते रुक जाए। तो इस तरह मैनू है ना गुरु अर्जन देव महाराज के जिहड़े है ना प्रतख दर्शन धन गुरु ग्रंथ साहब की ताबिया ते बैठे गुरबाणी पढ़दे इस तरह होंदे रहन। फिर कहते देख करते करते मेरे मन च फुरना आ गया कि अज तक गुरपुर जिहड़ा कलगीधर महाराज गुरु गोबिंद सिंह दा है, गुरु अर्जन देव जी के दर्शन हो रहे लेकिन कलगीधर महाराज के दर्शन नहीं हो रहे। बस कहते फुरना ज्यों ही बनया तो जद कहते मैं की देखा तो बिल्कुल धन धन गुरु अर्जन देव महाराज के बिल्कुल पिछे जिहड़े सी कलगीधर महाराज जिहड़े सी वो खड़े सीगे। तो कहते मैनू फिर उन्हां दे दर्शन होए। जदों कहते पिछे खड़ियां दे कलगीधर महाराज दे दर्शन होए तो कहते वी ये नज़ारा जिहड़ा सगा वो ऐसा सगा कि जिन्हों देख के है ना मैं जिहड़ा सी विस्माद तो भी उपर ऐसी हालत में चले गया सगा, ऐसे नंद च गवाच गया सगा कि जिथे मैं जिहड़ा ये जो लोकक दृश्य वा जिहड़ा मैं अपने अखीं जिहड़ा सगा आसाम के जंगलों के विच जिहड़ा सी उन्हां टाइमां विच गुरु की कृपा दे नाल माणिया सगा। कहते अज भी मैनू जिहड़ी अपनी भुल याद बनी हुई है मेरे जीवन की। कहते हुण है ना मेरे मन दे विच इस दर्शनां तो बाद इन्नी खिच बनी आ, दर्शनां तो बाद है ना इन्नी गुरबाणी दे विच विश्वास जिहड़ा सी पक्का हो गया सी कहते मेरा कि मैं फिर जिहड़ा सी अपनी बाणी दा एक भी जिहड़ा अखर सीगा स्वासां तो बगैर जिहड़ा छड्डना नहीं सी चाहुंदा। ते बस कहते वो जिहड़ी दृढ़ता सी उसने फिर मैनू जिहड़ा सी समा पा के पूर्ण अकाल पुरख महाराज दे जिहड़े सी वो प्रतख दर्शन कराए आ। इस तरह है ना सरदार रघुवीर सिंह वीर जिहड़े है इन्हां ने भी अपने जीवन दे विच लिखिया सगा कि किस टाइम उन्हां दी एक बड़ी जटिल समस्या सीगी ते कहंदे इस समस्या दा समाधान दा जदों मैनूं कोई हल नहीं सी लभ रिहा तो मैं कहंदे अपने कमरे विच बैठा वाहिगुरू दी याद दे विच जिहड़ा सीगा जार जार रो रिहा सीगा ते इन्ना कहंदे मैं रो रिहा सीगा कि अथरूआं दे नाल जिहड़ी सी मेरी कमीज भी गिल्ली हो गई सी। तो इसे कहते कशिश दे विच कहंदे मैं की देखा एक रोशनी जिहड़ी है ना कहंदे मेरे कमरे 'च आई आ। वो रोशनी पहला तो मेरे पूरे कमरे दे विच कहंदे घूमी आ, हौली हौली रोशनी जिहड़ी घूमदियां नाल लंबी हुंदी गई। अखीर कहंदे वो मेरे कोल आई आ। ज्यों ज्यों कहंदे उस रोशनी ने है ना मेरे शरीर नूं जिहड़ा सीगा वो अपने जफ्फी दे विच लेना शुरू कर दिता। बस कहंदे ये जिहड़ी शो सी है ना कहंदे फिर मैं दस नहीं सकिया। बस इस तरह कह लो वो जिहड़ी रोशनी सी वो हौली हौली जिहड़ी सी जिन्ने मैनूं अपने कलावे दे विच पूरी तरह जकड़िया ते जदों वो रोशनी जिहड़ी सी मेरे उत्ते पूरी तरह जिहड़ी सी अपने प्यार दी जकड़ दे विच कहंदे मैनूं लै आई
ਤੇ ਇਸੇ ਦੇ ਵਿੱਚ ਕਹਿੰਦੇ ਮੈਂ ਐਸੇ ਆਨੰਦ ਦੇ ਵਿੱਚ ਗਵਾਚ ਗਿਆ ਕਿ ਮੈਨੂੰ ਜਿਹੜੀ ਸੀ ਹੋਸ਼ ਨਹੀਂ ਰਹੀ। ਪਰ ਜਦੋਂ ਕਹਿੰਦੇ ਸਵੇਰ ਹੋਇਆ, ਜਦ ਦਿਨ ਚੜ੍ਹਿਆ, ਜਿਹੜੀ ਸਮੱਸਿਆ ਮੇਰੀ ਜਟਲ ਸੀਗੀ ਕਹਿੰਦੇ ਮੈਂ ਹੈਰਾਨ ਸੀਗਾ ਕਿ ਉਹ ਹੱਲ ਹੋਈ ਪਈ ਸੀ। ਬਸ ਇਹ ਜਿਹੜੇ ਰੱਬੀ ਜਿਹੜੇ ਦਰਸ਼ਨ ਸੀਗੇ ਉਸ ਕਮਰੇ ਦੇ ਵਿੱਚ, ਉਸ ਲੰਬੀ ਜੋਤ ਦਾ ਜੋ ਪਹਿਲਾਂ ਕਹਿੰਦੇ ਮੇਰੇ ਅੰਦਰ ਅਨੁਭਵ ਆਇਆ, ਜਿਹਦੇ ਮੈਂ ਪ੍ਰਤੱਖ ਦਰਸ਼ਨ ਕੀਤੇ, ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੀ ਮੇਰੀ ਖੋਜ ਸੀਗੀ ਹੈ ਨਾ ਇਸ ਪਾਸੇ ਪੂਰੀ ਲਗਨ ਅਤੇ ਦ੍ਰਿੜਤਾ ਦੇ ਨਾਲ ਹੋਈ ਆ। ਤਾਂ ਫਿਰ ਉਹ ਜਿਹੜਾ ਸੀ ਉਹ ਸਮਾਂ ਆਇਆ ਜਦੋਂ ਕਹਿੰਦੇ ਅਸੀਂ ਫਿਰ ਹੈ ਨਾ ਉਸ ਅਕਾਲ ਪੁਰਖ ਜੀ ਦੇ ਫਿਰ ਪ੍ਰਤੱਖ ਦਰਸ਼ਨ ਜਿਹੜੇ ਸੀ ਉਹ ਕੀਤੇ। ਅਤੇ ਕਹਿੰਦੇ ਇਹੋ ਹੀ ਜਿਹੜੇ ਦਰਸ਼ਨ ਹਨ, ਜਦ ਮੇਰਾ ਚਿੱਤ ਕਰਦਾ ਸੀਗਾ ਮੈਂ ਜਿਹੜਾ ਸੀਗਾ ਉਸੇ ਟਾਈਮ ਵਾਹਿਗੁਰੂ ਜੀ ਦੇ ਚਰਨਾਂ 'ਚ ਧਿਆਨ ਜੋੜ ਕੇ ਜਦ ਵੀ ਚਿੱਤ ਕਰਦਾ ਸੀਗਾ ਇਸੇ ਤਰ੍ਹਾਂ ਰੋਜ਼ ਪ੍ਰਤੱਖ ਦਰਸ਼ਨ ਕਰ ਲੈਂਦੇ ਸੀਗੇ। ਸੋ ਅਗਲੀ ਜਿਹੜੀ ਹੈ ਨਾ ਇਹ ਹੈਗਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ। ਉਹਨਾਂ ਦੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਵੀ ਜਦੋਂ ਪਹਿਲੀ ਵਾਰ ਅਕਾਲ ਪੁਰਖ ਦੇ ਦਰਸ਼ਨ ਹੋਏ ਆ, ਉਸ ਦਰਸ਼ਨਾਂ ਦੇ ਵਿੱਚ ਕਹਿੰਦੇ ਫਿਰ ਅਸੀਂ ਇੱਕ ਜਿਹੜੀ ਸੀ ਕਵਿਤਾ ਲਿਖ ਮਾਰੀ। ਉਸ ਕਵਿਤਾ ਦਾ ਜਿਹੜਾ ਸੀ ਉਹ ਕੁਛ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈ ਕਿ ਜਿਵੇਂ ਭਾਈ ਸਾਹਿਬ ਨੇ ਲਿਖਿਆ ਹੈ ਕਿ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ ਅਸਾਂ ਧਾਗਲ ਬਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਇਹ ਸਾਡੀ ਕੰਬਦੀ ਰਹੀ ਕਲਾਈ। ਕਹਿੰਦੇ ਇਹ ਕਵਿਤਾ ਜਿਹੜੀ ਸੀ ਉੱਥੇ ਫਿਰ ਅਸੀਂ ਲਿਖ ਮਾਰੀ। ਕਹਿੰਦੇ ਉਸ ਤੋਂ ਬਾਅਦ ਹੈ ਨਾ ਇਹ ਜਿਹੜੀ ਸ਼ੋਅ ਸੀਗੀ, ਇਸ ਸ਼ੋਅ ਨੇ ਕਹਿੰਦੇ ਸਾਨੂੰ ਗੁਰਬਾਣੀ ਦੇ ਵਿੱਚ ਐਸੀ ਪਰਪੱਕਤਾ ਜਿਹੜੀ ਸੀ ਉਹ ਦਿਖਾਈ ਆ ਕਿ ਉਹ ਤੋਂ ਬਾਅਦ ਫਿਰ ਕਹਿੰਦੇ ਸਾਨੂੰ ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਹੋਏ ਆ। ਉਹ ਜਿਹੜੇ ਗੁਰਮੁਖ ਪਿਆਰੇ ਜਾਂ ਕਿਉਂ ਕਹਿ ਲਓ ਕਿ ਰੱਬ ਜਿਹੜਾ ਸੀਗਾ ਨਾ ਆਪ ਕਿਸੇ ਨਾ ਕਿਸੇ ਗੁਰਮੁਖ ਪਿਆਰੇ ਦਾ ਰੂਪ ਧਾਰ ਕੇ ਕਹਿੰਦੇ ਫਿਰ ਸਾਨੂੰ ਮਿਲਿਆ ਹੈਗਾ। ਪਰ ਕਹਿੰਦੇ ਕਮਾਲ ਹੋਈ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਸੀਗੇ ਜਦੋਂ ਉਹਨਾਂ ਨੇ ਮੈਨੂੰ ਗੁਰਬਾਣੀ ਦੀ ਲਟਕ ਲਾਈ ਆ, ਇਸ ਲਟਕ ਦੇ ਵਿੱਚ ਕਹਿੰਦੇ ਫਿਰ ਅਸੀਂ ਇਹ ਦੇਖਿਆ ਕਿ ਉਹ ਜਿਹੜੇ ਮੇਰੇ ਗੁਰ ਭਾਈ ਸੀ ਜਾਂ ਮੇਰੇ ਗੁਰੂ ਸੀ ਜਿਨ੍ਹਾਂ ਨੇ ਮੈਨੂੰ ਇਹ ਲਟਕ ਜਿਹੜੀ ਸੀ ਇਹ ਲਾਤੀ ਸੀਗੀ। ਅਤੇ ਕਹਿੰਦੇ ਉਹਨਾਂ ਨੇ ਫਿਰ ਜਿਹੜਾ ਸੀਗਾ ਆਪਣਾ ਸਰੀਰ ਕਿਸੇ ਚਸ਼ਮੇ ਦੇ ਵਿੱਚ ਜਾ ਕੇ ਚੁੱਭੀ ਮਾਰ ਕੇ ਜਿਹੜਾ ਸੀਗਾ ਉਹਦੇ ਵਿੱਚ ਅਲੋਪ ਕਰ ਲਿਆ ਸੀਗਾ। ਜਦੋਂ ਕਹਿੰਦੇ ਉਹ ਜਿਹੜਾ ਸੀ ਆਪਣੇ ਆਪ ਸੰਸਾਰ ਤੋਂ ਜਿਹੜੇ ਸੀ ਇਸੇ ਤਰ੍ਹਾਂ ਆਪਣੀ ਖੁਸ਼ੀ ਦੇ ਨਾਲ ਚੁੱਭੀ ਮਾਰ ਕੇ ਆਪਣਾ ਪੰਜ ਭੂਤਕ ਜਿਹੜਾ ਸਰੀਰ ਸੀਗਾ ਪੰਜਾਂ ਤੱਤਾਂ 'ਚ ਮਿਲਾ ਕੇ ਅਦ੍ਰਿਸ਼ ਹੋ ਗਏ। ਉਹ ਦਿਨ ਕਹਿੰਦੇ ਫਿਰ ਸਾਨੂੰ ਜਿਹੜਾ ਸੀ ਇਸ ਚੀਜ਼ ਦਾ ਆਭਾਸ ਹੋਇਆ। ਪਰ ਜਦੋਂ ਕਹਿੰਦੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਕਿ ਇਹ ਵਾਕਿਆ ਗੱਲ ਹੈਗੀ ਆ ਕਿ ਜਿੱਥੇ ਮੇਰੇ ਗੁਰਦੇਵ ਹੈ ਜਿਨ੍ਹਾਂ ਨੇ ਆਪਣਾ ਸਰੀਰ ਛੱਡਿਆ ਹੈਗਾ, ਮੈਨੂੰ ਉਸ ਜਗ੍ਹਾ 'ਤੇ ਜਾ ਕੇ ਨਮਸਕਾਰ ਕਰਨੀ ਬਣਦੀ ਆ। ਕਹਿੰਦੇ ਜਦੋਂ ਅਸੀਂ ਉਸ ਜਗ੍ਹਾ 'ਤੇ ਪਹੁੰਚੇ ਹਾਂ ਜਦ ਕੀ ਦੇਖਿਆ ਜਿੱਥੇ ਉਹਨੇ ਚੁੱਭੀ ਮਾਰੀ ਸੀ ਉਸ ਪੱਥਰ ਦੇ ਉੱਤੇ ਲਿਖਿਆ ਸੀਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਬਸ ਇਹ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਸੀ ਅਤੇ ਵਾਹਿਗੁਰੂ ਜੀ ਕੀ ਫਤਿਹ ਸੀ, ਬਸ ਇਹਨੇ ਕਹਿੰਦੇ ਐਸੀ ਜਿਹੜੀ ਸੀ ਦ੍ਰਿੜਤਾ ਸਾਡੇ ਅੰਦਰ ਬਣਾਈ ਆ। ਉਸ ਦ੍ਰਿੜਤਾ ਦੇ ਵਿੱਚ ਫਿਰ ਭਾਈ ਸਾਹਿਬ ਹੋਣਾ ਨੇ ਜਿਹੜੀਆਂ ਐਸੀਆਂ ਜਿਹੜੀਆਂ ਗੁਰਮਤਿ ਦਾ ਸਹਿਤ ਜਿਹੜਾ ਸੀਗਾ ਸੰਸਾਰ ਦੇ ਅੰਦਰ ਜਿਹੜਾ ਸੀਗਾ ਉਹ ਪ੍ਰਗਟ ਕਰ ਦਿੱਤਾ ਕਿ ਪੂਰੇ ਸੰਸਾਰ ਦੇ ਵਿੱਚੋਂ ਜਿੰਨੇ ਵੀ ਮਹਾਤਮਾ ਸੀ ਉੱਚ ਕੋਟੀ ਦੇ ਸਾਰਿਆਂ ਨੇ ਫਿਰ ਭਾਈ ਸਾਹਿਬ ਨੂੰ ਜਿਹੜਾ ਸੀਗਾ ਸਤਿਕਾਰ ਵਜੋਂ ਅਭਿਨੰਦਨ ਗ੍ਰੰਥ ਜਿਹੜਾ ਸੀਗਾ ਇਹ ਭੇਟਾ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਤੱਕ ਹੈ ਨਾ ਜਿੰਨੇ ਵੀ ਗੁਰਮੁਖ ਪਿਆਰੇ ਹੋਏ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਵਾਹਿਗੁਰੂ ਵੱਲੋਂ ਵਰਤਾਏ ਗਏ ਜੋ ਪ੍ਰਤੱਖ ਕੌਤਕ ਸੀਗੇ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਵਰਤਾਏ ਆ, ਉਸ ਤੋਂ ਬਾਅਦ ਫਿਰ ਵਾਹਿਗੁਰੂ ਜੀ ਨੇ ਆਪਣੇ ਜਿਹੜੇ ਹੈ ਨਾ ਸਰੂਪ ਆ ਜਿਹੜਾ ਸਰਗੁਣ ਅਤੇ ਨਿਰਗੁਣ ਹੈਗਾ ਉਹਦੀ ਜੋ ਲਖਤਾ ਹੈ ਨਾ ਬਾਅਦ ਦੇ ਵਿੱਚ ਜਣਾਈ ਹੈ। ਫਿਰ ਉਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਹੈ ਨਾ ਪਰਮੇਸ਼ਰ ਜਿਹੜਾ ਹੈ ਆਪਣੇ ਪਿਆਰਿਆਂ ਦੇ ਨਾਲ ਪਹਿਲਾਂ ਲੀਲਾ ਕਰਕੇ ਫਿਰ ਉਹਨਾਂ ਨੂੰ ਆਪਣੇ ਵੱਲ ਪ੍ਰੇਰਦਾ ਹੈਗਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਪ੍ਰੇਰ ਕੇ ਉਹਨਾਂ ਦੀ ਸ਼ਕਤੀ ਨੂੰ ਐਸਾ ਮਜ਼ਬੂਤ ਕਰ ਦਿੰਦਾ ਹੈ ਕਿ ਉਹ ਐਸੇ ਥੰਮ ਜਿਹੜੇ ਹੈ ਮਹਾਤਮਾ ਬਣ ਜਾਂਦੇ ਆ ਸਿੱਖੀ ਦੇ ਕਿ ਜਿਨ੍ਹਾਂ ਥੰਮਾਂ ਨੂੰ ਜਿਹੜੀਆਂ ਹਨ ਵੱਡੀਆਂ ਜਿਹੜੀਆਂ ਹਵਾਵਾਂ ਜਾਂ ਤੂਫਾਨ ਵੀ ਜਿਹੜਾ ਹੈਗਾ ਕਿ ਤਿਲ ਜਿੰਨਾ ਵੀ ਹਿਲਾ ਨਹੀਂ ਸਕਦਾ, ਐਸੀ ਦ੍ਰਿੜਤਾ ਜਿਹੜੀ ਉਹਨਾਂ ਦੇ ਅੰਦਰ ਬਣ ਜਾਂਦੀ ਹੈ। ਸੋ ਇਹ ਹੈ ਵਾਹਿਗੁਰੂ ਜੀ ਦੇ ਜੋ ਪਹਿਲੇ ਦਰਸ਼ਨਾਂ ਦੀ ਝਲਕ ਹਨ। ਇਸ ਝਲਕ ਤੋਂ ਬਾਅਦ ਜੋ ਅੰਦਰ ਵਿਸ਼ਵਾਸ ਇਹਨਾਂ ਦੇ ਬਣਦਾ ਹੈਗਾ, ਜੋ ਸਮੁੰਦਰ ਦੀਆਂ ਠਾਠਾਂ ਜਾਂ ਲਹਿਰਾਂ ਵਾਂਗੂ ਅੰਦਰ ਵਿਸ਼ਵਾਸ ਵਾਹਿਗੁਰੂ ਦੇ ਨਾਮ ਜਪਣ ਪ੍ਰਤੀ ਬਣਦਾ ਹੈਗਾ, ਫਿਰ ਉਹਨਾਂ ਨੂੰ ਪਤਾ ਲੱਗਦਾ ਹੈ, ਫਿਰ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਹੋ ਜਾਂਦਾ ਹੈ ਕਿ ਜਿੰਨੇ ਵੀ ਪੁਰਾਤਨ ਜਿਹੜੇ ਰਿਸ਼ੀ ਮੁਨੀ ਦੇਵੀ ਦੇਵਤੇ ਹੋਏ ਆ ਉਹਨਾਂ ਨੇ ਵਾਹਿਗੁਰੂ ਨੂੰ ਬੇਅੰਤ ਕਿਉਂ ਕਹਿਤਾ ਹੈਗਾ। ਉਹਨਾਂ ਨੇ ਕਹਿਤਾ ਹੈ ਕਿ ਵਾਹਿਗੁਰੂ ਦੇ ਇੱਕ ਕਿਣਕੇ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਪਰਮੇਸ਼ਰ ਤਾਂ ਹੈ ਹੀ ਪਾਰ ਬ੍ਰਹਮ ਬੇਅੰਤ ਅਗਾਧ ਬੋਧ। ਫਿਰ ਉਹਦੀ ਜਿਹੜੀ ਹੈ ਇਸ ਸ਼ਕਤੀ ਨੂੰ ਜਾਂ ਵਾਹਿਗੁਰੂ ਦੀ ਇਸ ਹੋਂਦ ਨੂੰ ਕੌਣ ਜਣਾ ਸਕਦਾ ਹੈ? ਉਹ ਤਾਂ ਵਾਹਿਗੁਰੂ ਆਪ ਹੀ ਹੈ, ਜਿਹਨੂੰ ਬਾਣੀ ਨੇ ਕਿਹਾ ਹੈ ਕਿ ਆਪੇ ਜਾਣੇ ਸੋਈ, ਉਹ ਆਪਣੇ ਆਪ ਨੂੰ ਆਪੇ ਹੀ ਜਾਣ ਸਕਦਾ ਹੈ, ਦੂਸਰਾ ਜਾਣ ਨਹੀਂ ਸਕਦਾ। ਪਰ ਵਾਹਿਗੁਰੂ ਜਿਹੜੇ ਹੈ ਆਪਣੇ ਰੱਬੀ ਪਿਆਰਿਆਂ ਨੂੰ ਆਪਣੀ ਹੋਂਦ ਦਾ ਜਿਹੜਾ ਅਹਿਸਾਸ ਹੈਗਾ
ਉਹ ਦਰਸ਼ਨਾਂ ਦੇ ਰੂਪ ਦੇ ਵਿੱਚ ਜਦੋਂ ਉਹ ਪਹਿਲਾਂ ਦਿੰਦੇ ਆ, ਉਸ ਤੋਂ ਬਾਅਦ ਫਿਰ ਗੁਰਮੁਖ ਪਿਆਰਿਆਂ ਦੇ ਅੰਦਰ ਜਿਹੜਾ ਵਿਸ਼ਵਾਸ ਬਣਦਾ ਹੈਗਾ, ਉਸ ਵਿਸ਼ਵਾਸ ਨੂੰ ਨਾਲ ਲੈ ਕੇ ਜਦੋਂ ਮੰਜ਼ਿਲਾਂ 'ਤੇ ਪਹੁੰਚਦੇ ਆ ਤੇ ਫਿਰ ਉਹ ਜਿਹੜੇ ਹੈ ਆਪਣੇ ਫਤਿਹ ਦਾ ਜਦੋਂ ਰੂਪ ਹੁੰਦੇ ਆ ਤੇ ਇਹ ਸਤਨਾਮ ਦਾ ਜਿਹੜਾ ਨਿਸ਼ਾਨ ਹੈਗਾ ਫਿਰ ਉਹ ਦੁਨੀਆ ਦੇ ਵਿੱਚ ਲਹਿਰਾਉਂਦੇ ਆ। ਇਹ ਉਹ ਹੀ ਜਾਣ ਸਕਦੇ ਆ ਜਿਹੜੇ ਇਸ ਖੇਡ ਦੇ ਖਿਡਾਰੀ ਹੈਗੇ। ਦੂਸਰਾ ਜਿਹੜਾ ਆਦਮੀ ਇਹਨਾਂ ਨੂੰ ਜਾਣ ਨਹੀਂ ਸਕਦਾ। ਕਿਉਂ? ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ। ਜਿਹਨੂੰ ਵਾਹਿਗੁਰੂ ਖੁਦ ਜਣਾਉਂਦਾ ਹੈਗਾ ਉਹ ਹੀ ਜਾਣ ਸਕਦਾ ਤੇ ਹਰ ਗੁਣ ਸਦ ਹੀ ਆਖ ਬਖਾਣੇ। ਉਹ ਸਦਾ ਹੀ ਫਿਰ ਵਾਹਿਗੁਰੂ ਦੇ ਗੁਣ ਜਿਹੜਾ ਹੈ ਆਖ ਕੇ ਦੱਸਦਾ ਹੈ। ਇਹੋ ਹੀ ਦਰਸ਼ਨਾਂ ਦੀ ਪ੍ਰਤੱਖ ਜਿਹੜੀ ਹੈਗੀ ਉਹ ਕਰਾਮਾਤ ਗੁਰਸਿੱਖਾਂ ਦੇ ਉੱਤੇ ਜ਼ਿਆਦਾ ਹੁੰਦੀ ਹੈ ਤਾਂ ਫਿਰ ਜਿਹੜੇ ਹੈ ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਜਿਹਨੂੰ ਬਾਣੀ ਨੇ ਕਿਹਾ ਹੈ ਕਿ ਕਿਣਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।